गुड मॉर्निंग बेटा, मैं मोनिका मेहता साइंस मिस्टर्स GSS लोगड़। अज थोनों करवा रहे हैं लैसन विद द सबसटांस प्योरीफिकेशन ऑफ सबसटांस। मोनिका मेहता GSS लोगड़ कि कई सबसटांस प्योर ਹੁੰਦੇ ਹੈਗੇ ਆ ਤੇ ਉਹਨਾਂ ਨੂੰ ਅਸੀਂ ਅਲੱਗ ਉਹਨਾਂ ਦੇ ਵਿੱਚ ਇੰਪਿਓਰਿਟੀਜ਼ ਮਿਕਸ ਹੋ ਜਾਂਦੀਆਂ ਤਾਂ ਉਹਨਾਂ ਦਾ ਫਰੀਜ਼ਿੰਗ ਪੁਆਇੰਟ ਤੇ ਬੋਇਲਿੰਗ ਪੁਆਇੰਟ ਕਿਆ ਇਹ ਚੇਂਜ ਹੋ ਜਾਂਦਾ। ਜਿਵੇਂ ਵਾਟਰ ਹੈ 0 ਡਿਗਰੀ 'ਤੇ ਫਰੀਜ਼ ਕਰਦਾ ਹੈ ਔਰ ਬੋਇਲ 100 'ਤੇ ਕਰਦਾ ਹੈ, ਤਾਂ ਵਾਟਰ ਦੇ ਵਿੱਚ ਸੋਲਟ ਐਡ ਕਰਨ ਦੇ ਨਾਲ ਇਹਦਾ ਫਰੀਜ਼ਿੰਗ ਪੁਆਇੰਟ 0 ਤੋਂ ਲੋਅਰ ਹੋ ਜਾਊਗਾ ਔਰ ਬੋਇਲਿੰਗ ਪੁਆਇੰਟ ਕੀ ਹੋ ਜਾਂਦਾ, ਹਾਈ ਹੋ ਜਾਂਦਾ। ਤਾਂ ਪਿਓਰ ਸਬਸਟਾਂਸ ਵਾਟਰ ਇਜ਼ ਏ ਡਿਸਟਿਲ ਵਾਟਰ ਜਿਹੜਾ ਹੁੰਦਾ ਉਹ ਕੀ ਹੁੰਦਾ, ਪਿਓਰ ਸਬਸਟਾਂਸ ਹੈਗਾ। ਪਰ ਇਹਦੇ ਵਿੱਚ ਸੋਲਟ ਐਡ ਕਰਨ ਦੇ ਨਾਲ ਇਹਦਾ ਫਰੀਜ਼ਿੰਗ ਪੁਆਇੰਟ ਡਿਕਰੀਜ਼ਸ ਔਰ ਬੋਇਲਿੰਗ ਪੁਆਇੰਟ ਇਹਦਾ ਇਨਕਰੀਜ਼ ਹੋ ਜਾਂਦਾ ਹੈਗਾ। ਠੀਕ ਹੈ, ਤਾਂ ਇਹ ਸੀਗੇ ਪਿਓਰ ਸਬਸਟਾਂਸਸ ਦੀ ਜ਼ਰੂਰਤ ਕਿਉਂ ਹੁੰਦੀ ਹੈ। ਵਟ ਟਾਈਪ ਆਫ ਸਬਸਟਾਂਸ ਵਾਟਰ। ਵਾਟਰ ਕਿਸ ਤਰ੍ਹਾਂ ਦਾ ਸਬਸਟਾਂਸ ਹੈ, ਇਟ ਇਜ਼ ਏ ਕੰਪਾਊਂਡ। ਵਾਟਰ ਜੋ ਹੈ ਕੰਪਾਊਂਡ ਹੈ, 2 ਐਲੀਮੈਂਟਸ ਤੋਂ ਮਿਲ ਕੇ ਬਣਿਆ, ਤਾਂ ਇਹਨੂੰ ਕੀ ਕਹਿੰਦੇ ਹਾਂ ਅਸੀਂ, ਕੰਪਾਊਂਡ ਕਹਿੰਦੇ ਹਾਂ। ਕੀ ਇੰਪੋਰਟੈਂਸ ਹੈਗੀ ਹੈ ਪਿਓਰ ਸਬਸਟਾਂਸਸ ਦੀ ਇਨ ਆਵਰ ਲਾਈਫ। ਜੋ ਫੂਡ ਹੈ, ਡਰੱਗਸ ਵਗੈਰਾ, ਉਹ ਸਾਰੇ ਕੀ ਆ, ਪਿਓਰ ਹੋਣੇ ਚਾਹੀਦੇ ਆ। ਤਾਂ ਕਰਕੇ ਇੱਕ ਕੈਮਿਸਟ ਨੂੰ ਇਹਨਾਂ ਦੀ ਪਿਓਰ ਸਬਸਟਾਂਸਸ ਦੀ ਜ਼ਰੂਰਤ ਹੁੰਦੀ ਹੈ ਇਨ ਆਵਰ ਐਵਰੀਡੇ ਲਾਈਫ। ਜੋ ਮਿਲਕ ਵਗੈਰਾ ਉਹ ਵੀ ਕੀ ਹੋਣਾ ਚਾਹੀਦਾ, ਪਿਓਰ ਹੋਣਾ ਚਾਹੀਦਾ ਹੈਗਾ। ਤਾਂ ਪਿਓਰ ਸਬਸਟਾਂਸ ਟੋਟਲੀ ਪਿਓਰ ਹੁੰਦਾ। ਠੀਕ ਹੈ, ਇੱਕੋ ਹੀ ਕੰਪਾਊਂਡ ਹੋਏਗਾ ਜਾਂ ਇੱਕੋ ਹੀ ਐਲੀਮੈਂਟ ਹੋਏਗਾ, ਉਹਦੇ ਵਿੱਚ ਕੁਝ ਵੀ ਮਿਕਸ ਨਹੀਂ ਕੀਤਾ ਹੋਏਗਾ। ਜਿਵੇਂ ਕਲੀਨ ਵਾਟਰ ਹੈ, ਠੀਕ ਹੈ, ਇਹ ਦੱਸਣਾ ਕੀ ਹੈ, ਮਿਕਸਚਰ। ਜੂਸ ਕੀ ਹੈ, ਮਿਕਸਚਰ ਹੈ। ਡਿਸਟਿਲ ਵਾਟਰ ਕੀ ਹੈ, ਪਿਓਰ ਸਬਸਟਾਂਸ ਹੈਗਾ। ਤਾਂ ਸਿਰਫ ਇਹਨਾਂ 'ਚੋਂ ਇੱਕ ਡਿਸਟਿਲ ਵਾਟਰ ਹੀ ਹੈ ਜਿਹੜਾ ਕੀ ਹੈ, ਪਿਓਰ ਸਬਸਟਾਂਸ ਹੈਗਾ। ਕੰਪਾਊਂਡਸ ਕਿਆ ਹੈ, ਜਿਵੇਂ ਹਾਈਡਰੋਜਨ ਪਲੱਸ ਆਕਸੀਜਨ ਮਿਲ ਕੇ ਕੀ ਬਣਾਉਂਦੇ ਆ, ਵਾਟਰ। ਜਦੋਂ ਇਹਦੇ ਵਿੱਚੋਂ ਇਲੈਕਟ੍ਰੋਲਿਸਿਸ ਪਾਸ ਕੀਤੀ ਜਾਂਦੀ ਹੈ ਤਾਂ ਇਹ ਹਾਈਡਰੋਜਨ ਅਤੇ ਆਕਸੀਜਨ 'ਚ ਟੁੱਟ ਜਾਏਗਾ। ਜਿਹੜਾ ਐਲੀਮੈਂਟਸ ਤੋਂ ਮਿਲ ਕੇ ਬਣਿਆ ਹੁੰਦਾ ਅਤੇ ਡੈਫੀਨੇਟ ਪ੍ਰਪੋਰਸ਼ਨ 'ਚ ਉਹਨੂੰ ਕੀ ਕਹਿੰਦੇ ਆ, ਕੰਪਾਊਂਡ। ਐਲੀਮੈਂਟ ਤੋਂ ਮਿਲ ਕੇ ਬਣਿਆ ਹੁੰਦਾ ਉਸਨੂੰ ਅਸੀਂ ਕੀ ਕਹਿੰਦੇ ਹਾਂ, ਕੰਪਾਊਂਡ। ਦੈਨ ਐਗਜ਼ਾਮਪਲਸ ਆਫ ਮਿਕਸਚਰਸ। ਕਈ ਤਰ੍ਹਾਂ ਦੇ ਮਿਕਸਚਰ, ਜਿਵੇਂ ਵਾਟਰ 'ਚ ਸੋਲਟ, ਸ਼ੂਗਰ, ਲੈਮਨ ਜੂਸ ਘੋਲਦੇ ਹਾਂ ਤਾਂ ਉਹ ਕੀ ਬਣ ਜਾਂਦਾ, ਮਿਕਸਚਰ ਬਣ ਜਾਂਦਾ। ਲਾਈਕ ਏਅਰ ਕੀ ਹੈ, ਬਹੁਤ ਸਾਰੀਆਂ ਗੈਸਾਂ ਦਾ, ਕਾਰਬਨ ਡਾਈਆਕਸਾਈਡ, ਆਕਸੀਜਨ, ਨਾਈਟ੍ਰੋਜਨ, ਅਦਰ ਗੈਸਿਸ ਦਾ ਮਿਕਸਚਰ ਹੈਗਾ। ਠੀਕ ਹੈ, ਹੋਮੋਜੀਨੀਅਸ ਮੀਨਸ ਹੈਵਿੰਗ ਸੇਮ ਕੰਪੋਜੀਸ਼ਨ ਥਰੂ ਆਊਟ ਦੀ ਗਿਵਨ ਸੈਂਪਲ। ਠੀਕ ਹੈ, ਸਾਲਟ ਵਾਟਰ ਇਜ਼ ਆਲਸੋ ਏ ਹੋਮੋਜੀਨਸ ਸੋਲਿਊਸ਼ਨ। ਟਰੂ ਸੋਲਿਊਸ਼ਨ ਹੁੰਦਾ ਸ਼ੂਗਰ, ਬਰਾਸ, ਅਲੋਇਜ਼, ਦੀਜ਼ ਆਰ ਦੀ ਹੋਮੋਜੀਨਸ ਸੋਲਿਊਸ਼ਨ। ਹੈਟਰੋਜੀਨਸ ਇਨ ਵਿੱਚ ਕਿ ਅਨਇਕੁਅਲ ਅਮਾਊਂਟ ਹੋਵੇ ਹਰ ਇੱਕ ਲੇਅਰ ਦੇ ਵਿੱਚ, ਤਾਂ ਉਹਨੂੰ ਕੀ ਕਹਾਂਗੇ, ਜਿਵੇਂ ਸੋਇਲ, ਸੈਂਡ ਮਿਕਸਚਰ ਐਂਡ ਦੀਜ਼ ਆਰ ਸ਼ੋਨ ਹੇਅਰ, ਸੈਲਡਸ। ਠੀਕ ਹੈ, ਇਹ ਕੀ ਹੈ, ਹੈਟਰੋਜੀਨਸ ਟਾਈਪ ਆਫ ਮਿਕਸਚਰ। ਦੈਨ ਮੈਟਰ ਦੀ ਕਲਾਸੀਫਿਕੇਸ਼ਨ ਹੈ। ਮੈਟਰ ਨੂੰ ਕਿਵੇਂ ਕਲਾਸੀਫਾਈ ਕੀਤਾ ਗਿਆ, ਪਿਓਰ ਸਬਸਟਾਂਸ ਅਤੇ ਮਿਕਸਚਰ। ਪਿਓਰ ਸਬਸਟਾਂਸ ਅੱਗੇ ਐਲੀਮੈਂਟ, ਕੰਪਾਊਂਡ। ਠੀਕ ਹੈ, ਜਿਵੇਂ ਗ੍ਰੇਫਾਈਟ ਹੈ, ਗ੍ਰੇਫਾਈਟ ਇਜ਼ ਏ ਫੋਰਮ ਆਫ ਕਾਰਬਨਸ ਤੋਂ ਮਿਲ ਕੇ ਬਣਿਆ ਹੁੰਦਾ ਹੈ। ਕੰਪਾਊਂਡਸ 'ਚ ਕੀ ਆ ਜਾਏਗਾ, ਵਾਟਰ ਦੇ ਮੋਲੀਕਿਊਲ ਹੋਣਗੇ ਤਾਂ ਇਹ ਕੀ ਹੋ ਗਏ, ਪਿਓਰ। ਇੱਕ ਤੋਂ ਜ਼ਿਆਦਾ ਕੰਪਾਊਂਡਸ ਤੋਂ ਮਿਲ ਕੇ ਬਣੇ ਨੂੰ ਕੀ ਕਹਿੰਦੇ ਹਾਂ ਅਸੀਂ, ਮਿਕਸਚਰ। ਦੈਨ ਮਿਕਸਚਰ 2 ਤਰ੍ਹਾਂ ਦੇ ਹੁੰਦੇ ਆ, ਕਲੀਅਰ, ਹੋਮੋਜੀਨੀਅਸ, ਜਿਵੇਂ ਲੈਮਨੇਡ, ਔਰ ਹੈਟਰੋਜੀਨਸ, oil in water having unequal proportion of the molecule in every layer. Example of homogeneous and heterogeneous mixture. Homogeneous mixture ਜਿਹੜੇ ਹੁੰਦੇ ਆ ਉਹ ਕਲੀਅਰ ਹੋਣਗੇ। ਠੀਕ ਹੈ, they have equal number of atoms in each layer, equal distribution of the atoms will। ਪਰ ਇਹਦੇ ਵਿੱਚ ਜੋ ਹੈ ਹੈਟਰੋਜੀਨਸ ਮਿਕਸਚਰ ਹੈ, ਇਹਦੇ ਵਿੱਚ molecule will settle down at the base ਕਿਉਂਕਿ they are unequally distributed in each layer। ਉਸ ਤੋਂ ਬਾਅਦ ਹੈਗਾ
based upon the dilution, dilute solution, concentrated and saturated, in which the solute ਦੀ amount ਕੀ ਹੋਵੇ, ਠੀਕ ਹੈ, ਅਕੋਰਡਿੰਗ ਟੂ ਸਲਿਊਟ। ਅਗਰ ਸਲਿਊਟ ਘੱਟ ਹੈ ਤਾਂ ਉਹ ਸੋਲੂਸ਼ਨ ਕਿਆ ਹੋਏਗਾ, ਡਿਸਟਿਲ। ਡਿਲਿਊਟ ਅਗਰ ਇਹਦੇ ਅਮਾਊਂਟ ਜ਼ਿਆਦਾ ਹੈ ਤਾਂ ਕੰਸਨਟ੍ਰੇਟਡ। ਜੇ ਅਸੀਂ ਕੋਈ ਚੀਜ਼ ਜਦੋਂ ਹੋਰ ਸਲਿਊਟ ਨਾ ਘੁਲ ਸਕੇ ਤਾਂ ਉਹਨੂੰ ਕੀ ਕਹਿੰਦੇ ਆ, ਸੈਚੂਰੇਟਡ ਸੋਲੂਸ਼ਨ। ਇੱਥੇ ਕਾਪਰ ਸਲਫੇਟ ਦੇ ਅਲੱਗ-ਅਲੱਗ ਸੋਲੂਸ਼ਨ ਦਿਖਾਇਆ। ਪਹਿਲਾ ਪਤਲਾ ਘੋਲ ਹੈ, ਫਿਰ ਗਾੜਾ, ਫਿਰ ਜਿਸ 'ਚ ਅਸੀਂ ਹੋਰ ਕਾਪਰ ਸਲਫੇਟ ਘੋਲਣ ਦੀ ਕੋਸ਼ਿਸ਼ ਕਰਦੇ ਹਾਂ, ਐਡ ਕਰਨ ਦੀ, ਤਾਂ ਹੋਰ ਕਾਪਰ ਸਲਫੇਟ ਨਹੀਂ ਘੁਲ ਸਕਦਾ, ਉਹਨੂੰ ਕੀ ਕਹਿੰਦੇ ਆ, ਸੈਚੂਰੇਟਡ ਸੋਲੂਸ਼ਨ ਕਵਾਂਗੇ। ਟਾਈਪ ਆਫ ਮੈਟਰ, ਦੈਨ ਟਾਈਪ ਪਿਓਰ ਸਬਸਟਾਂਸ ਅਤੇ ਮਿਕਸਚਰ। ਪਿਓਰ ਸਬਸਟਾਂਸ ਅੱਗੇ ਐਲੀਮੈਂਟਸ, ਕੋਈ ਵੀ ਕਾਰਬਨ, ਹਾਈਡਰੋਜਨ, ਆਕਸੀਜਨ, ਦੀਜ਼ ਆਰ ਦੀ ਪਿਓਰ ਐਲੀਮੈਂਟਸ। ਕੰਪਾਊਂਡਸ ਆਰ ਮੇਡ ਫਰੋਮ ਐਲੀਮੈਂਟਸ, ਠੀਕ ਹੈ, ਜਿਵੇਂ ਵਾਟਰ, ਸੋਡੀਅਮ ਕਲੋਰਾਈਡ, ਇਹ ਕੀ ਹੋ ਗਏ, ਕੰਪਾਊਂਡਸ। Again show homogeneous and heterogeneous mixture in this every layer have equal number of molecule, equal distribution है heterogeneous च, you can see from daily life example। heterogeneous like water है, water, ठीक है। then comes the solution, colloidal and suspension, difference, similarity ਤੇ comparison ਕੀ ਹੁੰਦਾ ਇਹਨਾਂ ਦੇ ਵਿੱਚ, ਅਸੀਂ ਇਹ ਕਰਨ ਲੱਗੇ ਹਾਂ। ਸੋਲੂਸ਼ਨ ਦੇ ਵਿੱਚ ਪਾਰਟੀਕਲਸ ਦਾ ਸਾਈਜ਼ ਬਹੁਤ ਘੱਟ ਹੁੰਦਾ ਅਤੇ ਸਸਪੈਂਸ਼ਨ 'ਚ ਪਾਰਟੀਕਲ ਦਾ ਸਾਈਜ਼ ਜ਼ਿਆਦਾ ਹੁੰਦਾ, ਅਤੇ ਕੋਲਾਈਡਲ ਦੇ ਵਿੱਚ ਪਾਰਟੀਕਲ ਦਾ ਸਾਈਜ਼ ਕੀ ਹੁੰਦਾ, ਇਨ ਬਿਟਵੀਨ ਹੁੰਦਾ, ਠੀਕ ਹੈ, 10⁻⁻7। ਤਾਂ ਸਸਪੈਂਸ਼ਨ ਦੇ ਵਿੱਚ ਪਾਰਟੀਕਲ ਦਾ ਸਾਈਜ਼ ਕਿਆ ਹੈ, ਜ਼ਿਆਦਾ ਹੈ। ਇਹ ਐਗਜ਼ਾਮਪਲਸ ਦਿਖਾਈਆਂ। ਸੋਲੂਸ਼ਨਸ ਦੇ ਵਿੱਚ ਯੂਨੀਫਾਰਮਲੀ ਮਿਕਸ ਹੁੰਦੇ ਆ, ਸੋਲਟ ਇਜ਼ ਡਿਜ਼ੋਲਵ, ਯੂਨੀਫਾਰਮਲੀ ਮਿਕਸਿੰਗ ਹੋਈ ਹੋਏਗੀ। ਔਰ ਸਸਪੈਂਸ਼ਨ ਦੇ ਵਿੱਚ ਲਾਈਟ ਦੀ ਸਕੈਟਰਿੰਗ ਹੋਏਗੀ, ਕਿਉਂਕਿ ਪਾਰਟੀਕਲਸ ਆਰ ਸਸਪੈਂਡਡ ਇਨ ਦੀ ਸੋਲਵੈਂਟ ਦੇ ਵਿੱਚ ਪਾਰਟੀਕਲ ਕਿਆ ਹੈ, ਸਸਪੈਂਸ਼ਨ ਹੋਈ ਹੁੰਦੀ ਆ, ਠੀਕ ਹੈ, ਡਿਊ ਟੂ ਲਾਰਜ ਸਾਈਜ਼ ਆਫ ਦੀ ਪਾਰਟੀਕਲਸ। ਦੁੱਧ, ਮਿਲਕ ਸਸਪੈਂਸ਼ਨ ਹੋ ਜਾਏਗਾ। ਦੈਨ ਕੋਲਾਈਡਲਸ, ਜਿਵੇਂ ਬਟਰ ਫੈਟ ਹੈ, ਇਹਦੇ ਗਲੋਬਿਊਲ ਡਿਸਪਰਸਡ ਇਨ ਦੀ ਲੱਸੀ ਵਗੈਰਾ, ਇਹ ਤੁਹਾਡੇ ਕੀ ਹੋ ਜਾਣਗੇ, ਕੋਲਾਈਡਲ ਸੋਲੂਸ਼ਨਸ ਦੀਆਂ ਐਗਜ਼ਾਮਪਲਸ ਹੈਗੀਆਂ। ਦੈਨ ਸਸਪੈਂਸ਼ਨ, ਸਸਪੈਂਸ਼ਨ 'ਚ ਪਾਰਟੀਕਲ ਦਾ ਸਾਈਜ਼ ਜ਼ਿਆਦਾ ਹੋਣ ਕਰਕੇ ਪਾਰਟੀਕਲਸ ਕੈਨ ਸੈਟਲ ਡਾਊਨ ਐਟ ਦੀ ਬੇਸ, ਮੀਨਸ ਇਹ ਕੀ ਆ, ਨੀਚੇ ਬੈਠ ਜਾਣਗੇ। ਕੋਲਾਈਡਲਸ ਪਾਰਟੀਕਲਸ ਆਰ ਈਵਨਲੀ ਡਿਸਟਰੀਬਿਊਟਡ ਔਰ ਕੰਬਾਈਨ, ਠੀਕ ਆ, ਜਿਵੇਂ ਆ ਪੇਂਟ ਹੈ, ਦੁੱਧ ਹੈ, ਆਈਸਕ੍ਰੀਮ ਵਗੈਰਾ ਹੈਗੇ ਆ। ਦੇ ਅਪੀਅਰ ਕਲਾਊਡੀ, ਇਹਨਾਂ ਦੀ ਕਲਾਊਡੀ ਅਪੀਅਰੈਂਸ ਹੁੰਦੀ ਹੈ ਡਿਊ ਟੂ ਦੇ ਆਰ ਕਲਾਸੀਫਾਈਡ ਐਜ਼ ਹੋਮੋਜੀਨਸ ਮਿਕਸਚਰ। ਦੈਨ ਅਗੇਨ ਸੋਲੂਸ਼ਨ ਦੇ ਪਾਰਟੀਕਲ ਦਾ ਸਾਈਜ਼ ਕਿਆ ਹੁੰਦਾ, ਸਮਾਲ, ਔਰ ਸਸਪੈਂਸ਼ਨ ਦੇ ਪਾਰਟੀਕਲ ਦਾ ਸਾਈਜ਼ ਕਿਆ ਹੈ, ਲਾਰਜ ਹੋਏਗਾ। ਫਿਰ ਸਸਪੈਂਸ਼ਨਸ ਦੀ ਐਗਜ਼ਾਮਪਲ, ਜਿਵੇਂ ਡਰੈਸਿੰਗਸ, ਪੇਂਟਸ, ਮੈਡੀਸਨ, ਔਰੇਂਜ ਜੂਸ, ਸਨੋ ਗਲੋਬ, these are the examples of the suspensions। then scattering of, what is Tyndall effect? Scattering of the visible light by colloidal particles। ਜੋ ਸਸਪੈਂਸ਼ਨ 'ਚ ਪਾਰਟੀਕਲ ਦਾ ਸਾਈਜ਼ ਕੀ ਹੈ, ਜ਼ਿਆਦਾ ਵੱਡਾ ਹੈ, ਇਸ 'ਚ ਪਾਰਟੀਕਲ ਛੋਟੇ ਹੈਗੇ ਆ, ਤਾਂ ਦੇ ਵਿਲ ਸਕੈਟਰ ਦੀ ਲਾਈਟ। ਸਸਪੈਂਸ਼ਨ ਦੇ ਪਾਰਟੀਕਲਸ 'ਤੇ ਲਾਈਟ ਪੈਂਦੀ ਆ ਤਾਂ ਇਹ ਕੀ ਹੈ, ਮਲਟੀਪਲ ਰਿਫਲੈਕਸ਼ਨ ਹੋ ਜਾਏਗੀ। ਇਸੇ ਕਰਕੇ ਹੈਲੇਕੋਮੈਂਟ ਦਿਖਾਈ ਦਿੰਦਾ, ਡਿਊ ਟੂ ਪੁੱਛਲ ਤਾਰਾ ਜਿਹਨੂੰ ਕਹਿੰਦੇ ਹੈਗੇ ਆ, ਆਫਟਰ ਐਵਰੀ 76 ਈਅਰਸ ਤੋਂ ਬਾਅਦ, ਠੀਕ ਹੈ, ਹੈਲੇਕੋਮੈਂਟ ਵਿਲ ਅਰਾਈਜ਼। ਸਕੈਟਰਿੰਗ ਆਫ ਦੀ ਲਾਈਟ ਡਿਊ ਟੂ ਲਾਰਜ ਪਾਰਟੀਕਲਸ ਆਫ ਦੀ ਕੋਲਾਈਡਲ ਔਰ ਸਸਪੈਂਡਡ ਪਾਰਟੀਕਲ। ਟਾਈਂਡਲ ਇਫੈਕਟ ਸ਼ੋ ਕਰਨ ਲਈ ਇੱਕ ਸੋਲੂਸ਼ਨ ਲਿਆ ਔਰ ਇੱਕ ਮਿਕਸਚਰ ਲਿਆ ਵਾਟਰ ਅਤੇ ਮਿਲਕ ਦਾ। ਮਿਲਕ ਦੇ ਵਿੱਚ ਪਾਰਟੀਕਲਸ, ਫੈਟਸ, ਪ੍ਰੋਟੀਨਸ ਵਗੈਰਾ ਸਸਪੈਂਡਡ ਹੁੰਦੇ, ਉਹਨਾਂ ਦਾ ਸਾਈਜ਼ ਜ਼ਿਆਦਾ ਹੋਏਗਾ, ਤਾਂ ਉਹ ਕੀ ਕਰਨਗੇ, ਲਾਈਟ ਨੂੰ ਸਕੈਟਰਡ ਕਰ ਦੇਣਗੇ, ਮੀਨਸ ਰਿਫਲੈਕਸ਼ਨ ਹੋ ਜਾਏਗੀ, ਠੀਕ ਹੈ, ਲਾਈਟ ਦੀ। ਯੂ ਕੈਨ ਸੇ ਸਕੈਟਰਿੰਗ ਆਫ ਲਾਈਟ ਟੇਕਸ ਪਲੇਸ, ਦੈਟਸ ਵਾਈ, ਠੀਕ ਹੈ, ਇਹ ਕਲੀਅਰ ਸੋਲੂਸ਼ਨ ਟਰਾਂਸਪੇਰੈਂਟ ਹੋਏਗਾ।
ਦੈਨ ਤਿੰਨੋਂ ਲਏ ਆ ਸੋਲੂਸ਼ਨ, ਕੋਲਾਈਡਲ ਐਂਡ ਸਸਪੈਂਸ਼ਨ। ਇੱਕ ਟਾਰਚ ਨਾਲ ਅਸੀਂ ਲਾਈਟ ਪਾਉਂਦੇ ਹੈਗੇ ਆ, ਜਿਹੜੀ ਸੋਲੂਸ਼ਨ ਹੈ ਉਹਦੇ ਵਿੱਚੋਂ ਲਾਈਟ ਪਾਸ ਹੋ ਜਾਏਗੀ, ਪਰ ਸਸਪੈਂਸ਼ਨ 'ਚ ਜਿਹੜੇ ਲਾਈਟ ਦੀ ਬੀਮ ਵਿਜ਼ੀਬਲ ਨਜ਼ਰ ਆਉਂਦੀ ਹੈਗੀ ਆ। ਵਾਟਰ, ਮਿਲਕ ਐਂਡ ਫਲੋਰ water are the example. Scattering of the light by the large particle of colloidal and suspension is known as the Tyndall effect. फिर टाइंडल इफेक्ट ਅਸੀਂ ਇੱਕ ਸੋਲੂਸ਼ਨ ਲਿਆ ਔਰ ਕਿਆ ਲਿਆ ਹੈਗਾ ਸਸਪੈਂਸ਼ਨ ਕੋਲਾਈਡਲ। ਤੁਸੀਂ ਦੇਖ ਸਕਦੇ ਹੋ ਧਿਆਨ ਨਾਲ ਕੋਲਾਈਡਲ ਦੇ ਵਿੱਚ ਲਾਈਟ ਕੀ ਹੈ ਨਜ਼ਰ ਆ ਰਹੀ ਹੈ ਡਿਊ ਟੂ ਸਕੈਟਰਿੰਗ ਆਫ ਦੀ ਲਾਈਟ ਥਰੂ ਸੋਲੂਸ਼ਨ। ਦਿਸ ਇਜ਼ ਦੀ ਐਪਲੀਕੇਸ਼ਨ ਕਿ ਜਦੋਂ ਡਿਊਰਿੰਗ ਸਨਰਾਈਜ਼ ਟਰੀ ਕਨੋਪੀ ਦੇ ਵਿੱਚ ਸਾਨੂੰ ਟਾਈਂਡਲ ਇਫੈਕਟ ਦੇ ਕਰਕੇ ਸਕੈਟਰਿੰਗ ਆਫ ਲਾਈਟ ਨਜ਼ਰ ਆਉਂਦੀ ਹੈ। ਈਵਨ ਇੱਕ ਕਮਰੇ ਦੇ ਵਿੱਚ, ਅੰਧੇਰੇ ਕਮਰੇ ਦੇ ਵਿੱਚ ਇੱਕ ਵਿੰਡੋ 'ਚੋਂ, ਠੀਕ ਹੈ, ਡਸਟ ਪਾਰਟੀਕਲਸ ਦੇ ਕਰਕੇ ਦੇ ਆਰ ਸਸਪੈਂਡਡ ਇਨ ਦੀ ਏਅਰ, ਤਾਂ ਉਹਦੇ ਕਰਕੇ ਕਿਆ ਹੋਏਗੀ ਟਾਈਂਡਲ ਇਫੈਕਟ ਨਜ਼ਰ ਆਏਗਾ। ਥੀਸ ਆਰ ਦੀ ਐਪਲੀਕੇਸ਼ਨਸ। ਨਾਓ ਹਾਊ ਕੈਨ ਵੀ ਸੈਪਰੇਟ ਦੀ pure substance from its solution? First process is filtration. Filtration is done with the help of filter paper. Filter paper placed in the funnel. ਤਾਂ ਫਨਲ ਦੇ ਵਿੱਚ ਫਿਲਟਰ ਪੇਪਰ ਲਗਾ ਕੇ ਅਸੀਂ ਫਿਲਟਰੇਸ਼ਨ ਕਰ ਸਕਦੇ ਹਾਂ। ਕਲੈਂਪ ਸਟੈਂਡ ਹੈ, ਬੀਕਰ ਹੈ, ਫਿਲਟਰ ਪੇਪਰ ਐਂਡ ਫਨਲ। ਵੀ ਪੁੱਟ ਦੀ ਮਿਕਸਚਰ ਇਨ ਦੀ ਫਨਲ, ਤਾਂ ਜਿਹੜੇ ਇਨਸੋਲੂਬਲ ਸਾਲਟ ਵਗੈਰਾ ਉਹ ਫਿਲਟਰ ਪੇਪਰ 'ਤੇ ਰਹਿ ਜਾਏਗਾ ਔਰ ਫਿਲਟਰੇਟ ਸੋਲੂਸ਼ਨ ਵਿਲ ਬੀ collected in the beaker. This is with the help of filtration ਅਸੀਂ ਸੀ ਵਾਟਰ ਤੋਂ ਸੋਲਸ ਸੈਪਰੇਟ ਕਰ ਸਕਦੇ ਹਾਂ। ਕਿਵੇਂ ਸੈਪਰੇਟ ਕਰਾਂਗੇ? ਸੀ ਵਾਟਰ ਤੋਂ ਸੋਲਟ ਨੂੰ ਸੈਪਰੇਟ ਕਰਨ ਲਈ ਸੈਪਰੇਟ ਕਰ ਸਕਦੇ ਹਾਂ ਕਿਵੇਂ? ਫਸਟ ਫਿਲਟਰੇਸ਼ਨ ਤੇ ਅਵੈਪੋਰੇਸ਼ਨ, ਠੀਕ ਹੈ। these two phenomena are used to separate the salt from the sea water. ਫਿਲਟਰ ਕਰੋਗੇ, ਫਿਰ ਫਿਲਟਰੇਟ ਨੂੰ ਅਵੈਪੋਰੇਟ ਕਰੋਗੇ ਤਾਂ ਇੱਦਾਂ ਤੁਸੀਂ ਪਿਓਰ ਵਾਟਰ ਓਬਟੇਨ ਕਰ ਸਕਦੇ ਹੋ। ਦੈਨ ਕਾਪਰ ਸਲਫੇਟ ਦੀ ਕ੍ਰਿਸਟਲਾਈਜੇਸ਼ਨ ਕਿਵੇਂ ਕਰ ਸਕਦੇ ਹੋ? ਸੋਲੂਸ਼ਨ ਬਣਾ ਕੇ ਕਾਪਰ ਸਲਫੇਟ ਦਾ ਉਹਨੂੰ ਬੋਇਲ ਕਰੋਗੇ, ਵਾਟਰ ਵਿਲ ਅਵੈਪੋਰੇਟ, ਤਾਂ ਸੋਲੂਸ਼ਨ ਕੀ ਹੋ ਜਾਏਗਾ? ਗਾੜਾ ਹੋ ਜਾਏਗਾ, ਕੰਸਨਟਰੇਟ। ਹੋਰ ਉਹਨੂੰ ਪਿਆ ਰਹਿਣ ਦਿਓ, ਠੀਕ ਹੈ, ਸਾਰਾ ਵਾਟਰ ਅਵੈਪੋਰੇਸ਼ਨ ਕਰ ਜਾਏਗਾ, ਤਾਂ ਉਹਦੇ ਵਿੱਚ ਕ੍ਰਿਸਟਲ ਬਚ ਜਾਂਦੇ, ਉਹਨਾਂ ਨੂੰ ਤੁਸੀਂ ਫਿਲਟਰ ਕਰਕੇ ਉਹਦੇ ਉੱਤੇ ਫਿਲਟਰ ਪੇਪਰ ਉੱਤੇ ਓਬਟੇਨ ਕਰ ਸਕਦੇ ਹੋ। ਯੂ ਕੈਨ ਸੀ ਦੀ ਨੀਡਲ ਟਾਈਪ ਆਫ ਦੀ ਕ੍ਰਿਸਟਲ। then how the pigments are separated pure substance from its soluble solution? By evaporation. In this we are not heating the ink directly because ink is a organic compound, it will catches fire or burn. We do the heating indirect upon the water, ਤਾਂ ਉਹਦੇ ਵਿੱਚ evaporation ਹੋਏਗੀ ਔਰ ਇਹ pigment will be left on the watch glass. ਉਸ ਤੋਂ ਬਾਅਦ ਹੈਗਾ ਡੀਕੈਂਟੇਸ਼ਨ ਮੈਥਡ, ਹੈਗਾ ਨਿਤਾਰਨਾ। ਇਹਦੇ ਨਾਲ ਵੀ ਤੁਸੀਂ ਸੈਪਰੇਟ ਕਰ ਸਕਦੇ ਹੋ, ਸੈਡੀਮੈਂਟਸ ਨੀਚੇ ਬੈਠ ਜਾਣਗੇ ਔਰ ਉੱਪਰੋਂ ਤੁਸੀਂ ਕਲੀਅਰ ਸੋਲੂਸ਼ਨ ਨੂੰ ਸੈਪਰੇਟ ਕਰ ਸਕਦੇ ਹੋ। ਫਿਰ ਫਿਲਟਰੇਸ਼ਨ ਐਂਡ ਕ੍ਰਿਸਟਲਾਈਜੇਸ਼ਨ ਦਿਖਾਏ ਹੈਗੇ ਆ ਕਿਵੇਂ ਕਰਦੇ ਹੈਗੇ ਆ। ਵੈਪੋਰੇਸ਼ਨ ਆਫ ਵਾਟਰ ਕਰਕੇ ਕ੍ਰਿਸਟਲਸ ਬਚ ਜਾਂਦੇ ਆ ਕਾਪਰ ਸਲਫੇਟ ਦੇ। ਇੱਧਰ ਫਿਲਟਰੇਸ਼ਨ ਦਾ ਫਿਨੋਮੀਨਾ ਦਿਖਾਇਆ। ਨਾਓ ਵਟ ਇਜ਼ ਦੀ ਸਬਲੀਮੇਸ਼ਨ? ਇਹਨੂੰ ਪੰਜਾਬੀ 'ਚ ਕੀ ਕਹਿੰਦੇ ਆ? ਜੋਹਰ ਉਡਾਣਾ, ਜੋਹਰ ਉਡਾਣਾ। ਤਾਂ ਤੁਸੀਂ ਅਮੋਨੀਆ ਕਲੋਰਾਈਡ ਔਰ ਸੋਡੀਅਮ ਕਲੋਰਾਈਡ ਦੋਨੋਂ ਕੀ ਆ? ਸੋਲਿਡਸ ਹੈਗੇ ਆ। ਸੋਲਿਡ ਔਰ ਸੋਲਿਡ ਦਾ ਮਿਕਸਚਰ ਹੈ। ਇਸ 'ਚੋਂ ਅਮੋਨੀਆ ਦਾ ਜਿਹੜਾ ਫਿਊਜ਼ਨ ਟੈਂਪਰੇਚਰ ਘੱਟ ਹੁੰਦਾ, ਇਹਦੇ ਵੇਪਰ ਕੀ ਬਣ ਜਾਣਗੇ? ਜਲਦੀ ਬਣ ਜਾਣਗੇ। ਤਾਂ ਅਮੋਨੀਆ ਕਲੋਰਾਈਡ ਜੋ ਸੋਲਿਡ ਹੈ, ਸੋਲਿਡ ਦੇ ਕੀ ਬਣ ਗਏ? ਵੇਪਰਸ ਬਣ ਗਏ। ਉਹ ਵੇਪਰਸ ਕਿਆ ਹੈ? ਟੈਸਟ ਦੀ ਫਨਲ ਦੀ ਟਿਊਬ ਦੇ ਵਿੱਚ ਜਾਣਗੇ, ਉੱਥੇ ਉਹ ਕੀ ਹੈ? ਕੰਡੈਂਸ ਵੇਪਰਸ ਜੋ ਹੈ ਕੰਡੈਂਸ ਹੋ ਕੇ ਵੇਪਰਸ ਦੀ ਕੰਡੈਂਸੇਸ਼ਨ ਹੋਏਗੀ, ਠੰਡੇ ਹੋ ਜਾਣਗੇ, ਫਿਰ ਦੁਬਾਰਾ ਉਹ ਕੀ ਹੈ? ਸੋਲਿਡ 'ਚ ਕਨਵਰਟ ਹੋ ਜਾਣਗੇ। ਇੱਦਾਂ ਦਿਸ ਪ੍ਰੋਸੈਸ ਇਜ਼ ਨੋਨ ਐਜ਼ ਮੀਨ ਸੋਲਿਡ ਡਾਇਰੈਕਟਲੀ ਕਿਸ 'ਚ ਚੇਂਜ ਹੋ ਰਿਹਾ? ਵੇਪਰ 'ਚ, ਠੀਕ ਹੈ। ਸੋਲਿਡ ਵੈਸੇ ਤਾਂ ਲਿਕੁਇਡ 'ਚ ਚੇਂਜ ਹੁੰਦਾ, ਫਿਰ ਗੈਸ 'ਚ, ਪਰ ਇਸ
जो सॉलिड डायरैक्टली चेंजेस इनटू दी गैस। ਇਹ ਕੀ ਹੈ ਜੋਹਰਡਾਨਾ ਵਿਧੀ, ਇਹਦੇ ਨਾਲ ਤੁਸੀਂ ਇਹਨੂੰ ਸੈਪਰੇਟ ਕਰ ਸਕਦੇ ਹੋ। ਫਿਰ ਦੋ ਮਿਸਿਬਲ, ਮਿਸਿਬਲ ਮੀਨਸ ਜਿਹੜੇ ਦੋ ਇਮਿਸਿਬਲ, ਇਮਿਸਿਬਲ ਅਘੁਲਨਸ਼ੀਲ, ਅਘੁਲਨਸ਼ੀਲ ਤਰਲ ਦਰਵਾਂ ਨੂੰ ਕਿਵੇਂ ਸੈਪਰੇਟ ਕਰੋਗੇ। ਅਸੀਂ ਇਹ ਸੈਪਰੇਟਿੰਗ ਫਨਲ ਯੂਜ਼ ਕੀਤੀ ਹੋਈ ਹੈ। ਸੈਪਰੇਟਿੰਗ ਫਨਲ 'ਚ ਜੋ ਵਾਟਰ ਹੈ ਉਹ ਐਕੁਅਸ ਲੇਅਰ ਬਣਾਏਗਾ, ਔਰ ਆਇਲ ਹੈ ਉਹ ਕੀ ਬਣਾਏਗਾ, ਆਰਗੈਨਿਕ ਲੇਅਰ। ਠੀਕ ਹੈ, ਤਾਂ ਇਹਨੂੰ ਸੈਪਰੇਟਿੰਗ ਫਨਲ ਦੀ ਹੈਲਪ ਨਾਲ ਅਸੀਂ ਅਘੁਲਨਸ਼ੀਲ ਦਰਵਾਂ ਨੂੰ ਅਲੱਗ ਕਰ ਸਕਦੇ ਹਾਂ। ਲਾਈਕ ਇੱਥੇ ਦਿਖਾਇਆ, ਕੈਰੋਸਿਨ ਐਂਡ ਵਾਟਰ ਆਰ ਟੇਕਨ ਇਨ ਦੀ ਸੈਪਰੇਟਿੰਗ ਫਨਲ। ਨਿਖੇੜਕ ਕੀਪ ਕਹਿੰਦੇ ਆ ਇਹਨੂੰ। ਜਦੋਂ ਅਸੀਂ ਸਟੋਪ ਕੋਕ ਨੂੰ ਖੋਲ੍ਹਦੇ ਹੈਗੇ ਹਾਂ ਤਾਂ ਜੋ ਵਾਟਰ ਹੈ ਦੈਟ ਵਿਲ ਕਮ ਆਊਟ ਐਂਡ ਦੀ ਕੈਰੋਸਿਨ ਵਿਲ ਲੈਫਟ ਇਨ ਦੀ ਫਨਲ। ਠੀਕ ਹੈ, ਜਿਹੜਾ ਹਾਇਰ ਡੈਂਸਿਟੀ ਵਾਲਾ ਲਿਕੁਡ ਹੋਏਗਾ ਉਹ ਕੀ ਹੋਏਗਾ, ਨੀਚੇ ਬੈਠ ਜਾਏਗਾ, ਲੋਅਰ ਲੇਅਰ ਬਣਾਏਗਾ। ਫਿਰ ਅਸੀਂ ਆ ਸਟੋਪ ਕੋਕ ਨੂੰ ਖੋਲ੍ਹਦੇ ਹਾਂ ਅਤੇ ਸੈਪਰੇਟ ਕਰ ਸਕਦੇ ਹਾਂ। ਇਨ ਦੀ ਲੈਬ ਹਾਊ ਯੂ ਕੈਨ ਡੂ ਦਿਸ। ਠੀਕ ਆ, ਫਿਨੋਮੀਨਾ ਕਿ ਲੋਅਰ ਲੇਅਰ 'ਚ ਤੁਹਾਡਾ ਵਾਟਰ ਕਲੈਕਟ ਹੋ ਗਿਆ ਹਾਈ ਡੈਂਸਿਟੀ ਵਾਲਾ, ਔਰ ਅੱਪਰ ਲੇਅਰ ਲੋ ਡੈਂਸਿਟੀ ਵਾਲਾ ਲਿਕੁਡ ਫੋਰਮ ਹੋਏਗਾ। ਦੈਨ ਡਿਸਟੀਲੇਸ਼ਨ ਆਫ ਕਿਵੇਂ ਪਿਓਰ ਵਾਟਰ ਓਬਟੇਨ ਕੀਤਾ ਜਾਂਦਾ ਹੈ, ਜਾਂ ਕਿਸੇ ਵੀ ਦੋ ਘੁਲਨਸ਼ੀਲ ਲਾਈਕ ਅਲਕੋਹਲ ਅਤੇ ਅਲਕੋਹਲ ਐਂਡ ਵਾਟਰ, ਇਹ ਦੋਨੋਂ ਕੀ ਹੈ ਇੱਕ ਦੂਜੇ 'ਚ ਸੋਲੂਬਲ ਹੈਗੇ ਆ, ਮਿਸਿਬਲ ਹੈ, ਮਿਸਿਬਲ ਲਿਕੁਡਸ ਹੈ। ਇਹਨਾਂ ਨੂੰ ਕਿਵੇਂ ਸੈਪਰੇਟ ਕਰਨਾ। ਅਲਕੋਹਲ ਦਾ ਬੋਇਲਿੰਗ ਪੁਆਇੰਟ ਲੈਸ ਹੁੰਦਾ, ਇਹਦੇ ਜਲਦੀ ਲੈਸ ਹੁੰਦਾ ਐਜ਼ ਕੰਪੇਅਰ ਟੂ ਵਾਟਰ, ਤਾਂ ਜਲਦੀ ਵੇਪਰਸ ਬਣ ਜਾਂਦੇ ਆ। ਤਾਂ ਅਲਕੋਹਲ ਦੇ ਕੀ ਬਣਨਗੇ, ਵੇਪਰਸ ਬਣਨਗੇ, ਗੈਸ ਬਣੇਗੀ। ਉਹ ਗੈਸ ਆ ਕੰਡੈਂਸਰ ਲਗਾਇਆ ਹੋਇਆ, ਇਹਨਾਂ ਦੋਨਾਂ 'ਚੋਂ ਇੱਥੇ ਕੀ ਲਿਆ, ਵਾਟਰ ਐਂਡ ਅਲਕੋਹਲ, ਅਲਕੋਹਲ ਦੇ ਠੀਕ ਹੈ ਵੇਪਰਸ ਬਣੇ, ਉਹ ਇਸ ਕੰਡੈਂਸਰ ਦੇ ਵਿੱਚ ਦੀ ਜਾ ਰਹੇ ਹੈਗੇ। ਔਰ ਕੰਡੈਂਸਰ ਦੇ ਬਾਹਰ ਕਿਆ ਹੈ, ਕਿਆ ਜਾ ਰਿਹਾ, ਕੰਡੈਂਸਰ ਦੇ ਬਾਹਰ ਇੱਥੋਂ ਦੀ ਠੰਡਾ ਪਾਣੀ ਜਾ ਰਿਹਾ ਹੈਗਾ, ਕੋਲਡ ਵਾਟਰ। ਠੀਕ ਆ, ਸਾਈਡ ਵਾਲੀ ਡਬਲ ਲੇਅਰ ਹੁੰਦਾ ਕੰਡੈਂਸਰ। ਥੋੜ੍ਹਾ ਜਿਹਾ ਅੱਛੀ ਤਰ੍ਹਾਂ ਬਣਾ ਦਈਏ ਦਿਸ ਟਾਈਪ। ਠੀਕ ਹੈ, ਦਿਸ ਗ੍ਰੀਨ ਪੋਰਸ਼ਨ ਸ਼ੋ ਕਿ ਇਹਦੇ ਵਿੱਚ ਕੋਲਡ ਵਾਟਰ ਹੈਗਾ। ਆ ਕੋਲਡ ਵਾਟਰ ਜਾ ਰਿਹਾ ਇਨਟੇਕ ਆਫ, ਅਤੇ ਆਹ ਕੀ ਹੈ ਕੋਲਡ ਵਾਟਰ ਇਹਦੇ ਵਿੱਚ ਦੀ ਵਾਪਸ ਆ ਰਿਹਾ। ਤਾਂ ਜਦੋਂ ਸਾਡੇ ਵੇਪਰਸ, ਅਲਕੋਹਲ ਦੇ ਵੇਪਰ ਇਹਦੇ ਵਿੱਚ ਦੀ ਜਾਂਦੇ ਹੈਗੇ ਆ, ਲੇਬ ਕੰਡੈਂਸਰ ਦੇ ਵਿੱਚ ਦੀ ਪਾਸ ਹੋ ਰਹੇ ਆ। ਠੀਕ ਹੈ, ਦੇ ਗੈਟ ਕੂਲਡ, ਕੰਡੈਂਸੇਸ਼ਨ ਹੋ ਜਾਏਗੀ ਉਹਨਾਂ ਦੀ, ਤਾਂ ਵੇਪਰ ਕੰਡੈਂਸ ਹੋ ਗਏ ਅਤੇ ਕੀ ਬਣ ਗਿਆ, ਲਿਕੁਡ। ਕੰਡੈਂਸੇਸ਼ਨ ਪਹਿਲਾਂ ਵੈਪੋਰੇਸ਼ਨ ਹੋਈ ਅਕੋਰਡਿੰਗ ਟੂ ਬੋਇਲਿੰਗ ਪੁਆਇੰਟ। ਠੀਕ ਆ, ਅਲਕੋਹਲ ਦਾ ਬੋਇਲਿੰਗ ਪੁਆਇੰਟ ਕੀ ਸੀਗਾ, ਘੱਟ ਸੀਗਾ, ਇਹਦੇ ਕੀ ਬਣ ਗਏ, ਵੇਪਰਸ ਕੰਡੈਂਸਰ 'ਚੋਂ ਜਾ ਰਹੇ ਹੈ, ਤਾਂ ਦੁਬਾਰਾ ਉਤੋਂ ਕੀ ਬਣ ਜਾਏਗਾ, ਲਿਕੁਡ। ਤਾਂ ਇੱਦਾਂ ਸਾਨੂੰ ਵੀ ਫਲਾਸਕ ਦੇ ਵਿੱਚ ਕਿਆ ਓਬਟੇਨ ਹੋਏਗੀ, ਫਲਾਸਕ ਦੇ ਵਿੱਚ ਯੂ ਕੈਨ ਓਬਟੇਨ ਦੀ ਪਿਓਰ ਡਿਸਟਿਲਡ ਪਿਓਰ ਅਲਕੋਹਲ। ਐਂਡ ਹੇਅਰ ਇਨ ਦੀ RBF ਰਾਊਂਡ ਬੋਟਮ ਫਲਾਸਕ 'ਚ ਕਿਆ ਰਹਿ ਜਾਏਗਾ, ਵਾਟਰ ਰਹਿ ਜਾਏਗਾ। ਠੀਕ ਹੈ, ਦਿਸ ਵੇ ਵੀ ਕੈਨ ਸੈਪਰੇਟ ਦੀ ਟੂ ਮਿਸਿਬਲ ਲਿਕੁਡ। ਤਾਂ ਹੈਗਾ ਇੰਪਿਓਰ ਲਿਕੁਡ, ਅਤੇ ਇਹਦੇ ਵੇਪਰਸ ਬਣ ਗਏ, ਜਿਹਦੇ ਪਹਿਲਾਂ ਵੇਪਰਸ ਬਣ ਜਾਣਗੇ ਹੈ ਨਾ, ਜਿਹਦਾ ਬੋਇਲਿੰਗ ਪੁਆਇੰਟ ਘੱਟ ਹੋਏਗਾ ਉਹਦੇ ਵੇਪਰ ਪਹਿਲਾਂ ਬਣ ਜਾਣਗੇ। ਉਹ ਵੇਪਰਸ ਕਿਆ ਹੈ, ਲੇਬੈਕ ਕੰਡੈਂਸਰ 'ਚੋਂ ਜਾ ਰਹੇ ਆ, ਔਰ ਉਹਨਾਂ ਦੀ ਕਿਆ ਹੋ ਰਹੀ ਹੈ, ਕੂਲਿੰਗ ਹੋ ਰਹੀ ਹੈ, ਦੇ ਆਰ ਕਨਵਰਟਡ ਇਨਟੂ ਦੀ ਲਿਕੁਡ। ਕੰਡੈਂਸੇਸ਼ਨ ਹੋ ਰਹੀ ਆ, ਪਹਿਲਾਂ ਬੋਇਲਿੰਗ ਹੋ ਰਹੀ ਸੀਗੀ। ਠੀਕ ਆ, ਦਿਸ ਇਜ਼ ਕਿਉਂ ਸਬਸਟਾਂਸਿਸ ਨੂੰ ਪਿਓਰ ਕਰਦੇ ਆ, ਟੂ ਗੈਟ ਦੀ ਪਿਓਰ ਸਬਸਟਾਂਸ ਇਨ ਇੰਡਸਟਰੀ ਫੋਰ ਦੀ ਫੂਡ ਡਰੱਗਸ ਵੀ ਨੀਡ ਦੀ ਪਿਓਰਿਟੀ। ਸੇਮ ਮੈਥਡ ਯੂਜ਼ ਕੀਤਾ ਜਾਂਦਾ ਪੈਟਰੋਲੀਅਮ, ਕਰੂਡ ਪੈਟਰੋਲੀਅਮ ਤੋਂ ਪ੍ਰੋਡਕਟਸ ਨੂੰ ਸੈਪਰੇਟ ਕਰਨ ਲਈ, ਲਾਈਕ LPG ਗੈਸ ਐਟ 20 ਡਿਗਰੀ ਸੈਲਸੀਅਸ, ਔਰ ਕੈਰੋਸਿਨ 120 ਡਿਗਰੀ ਸੈਲਸੀਅਸ ਟੈਂਪਰੇਚਰ 'ਤੇ ਸੈਪਰੇਟ ਕਰਦੇ ਹਾਂ। ਅਸਫਾਲਟ ਵਗੈਰਾ 600 'ਤੇ
ਠੀਕ ਹੈ। ਤਾਂ ਇਹਨਾਂ ਦੇ ਜਿਹਦੇ ਵੇਪਰਸ ਪਹਿਲਾਂ ਬਣ ਗਏ, ਜਿਹਦਾ ਬੋਇਲਿੰਗ ਪੁਆਇੰਟ ਘੱਟ ਹੈ ਉਹ ਪਹਿਲਾਂ ਸੈਪਰੇਟ ਹੋ ਜਾਊਗਾ, ਜਿਹਦੀ ਡੈਂਸਿਟੀ ਜ਼ਿਆਦਾ ਹੈ ਜਾਂ ਬੋਇਲਿੰਗ ਪੁਆਇੰਟ ਜ਼ਿਆਦਾ, ਤਾਂ ਸੇਮ ਇਹਦੇ ਵਿੱਚ ਕਿਹੜਾ ਮੈਥਡ ਯੂਜ਼ ਹੋ ਰਿਹਾ, ਇਹ, ਠੀਕ ਹੈ। ਜਿਹਦੇ ਵੇਪਰ ਪਹਿਲਾਂ ਬਣ ਗਏ ਉਹ ਪਹਿਲਾਂ ਸੈਪਰੇਟ ਹੋ ਜਾਊਗਾ। ਇੱਥੇ ਅਸੀਂ ਬਸ ਫਰੈਕਸ਼ਨੇਟਿੰਗ ਕਾਲਮ ਲਾ ਦਿੰਦੇ ਹਾਂ, ਪਹਿਲਾਂ ਇਹ ਸਬਸਟਾਂਸ ਦੇ ਵੇਪਰ ਕੰਡੈਂਸ ਹੋ ਗਏ, ਫਿਰ B, C, D, ਇੱਦਾਂ ਜਿਵੇਂ ਜਿਵੇਂ ਅਲੱਗ-ਅਲੱਗ ਇਹਨਾਂ ਦੇ ਵੇਪਰਸ ਕਿਆ ਏ ਕੰਡੈਂਸ ਹੋਈ ਜਾਣਗੇ ਔਰ ਸੈਪਰੇਟ ਹੋਈ ਜਾਣਗੇ। ਇਹਨੂੰ ਫਰੈਕਸ਼ਨਲ ਡਿਸਟੀਲੇਸ਼ਨ ਕਹਿੰਦੇ ਹੈਗੇ ਆ, ਠੀਕ ਆ। ਔਰ ਕਰੂਡ ਪੈਟਰੋਲੀਅਮ ਤੋਂ ਇਹਦੀਆਂ ਪ੍ਰੋਡਕਟਸ LPG ਗੈਸ, ਪੈਟਰੋਲੀਅਮ ਪ੍ਰੋਡਕਟਸ, ਗੈਸੋਲੀਨ, ਫਿਊਲ, ਡੀਜ਼ਲ, ਲੁਬਰੀਕੈਂਟ, ਅਸਫਾਲਟ ਵਗੈਰਾ ਸੈਪਰੇਟ ਕਰਨ ਲਈ ਅਸੀਂ ਫਰੈਕਸ਼ਨ ਡਿਸਟੀਲੇਸ਼ਨ ਯੂਜ਼ ਕਰਦੇ ਆ। ਅਗੇਨ ਇਨ ਦਿਸ ਡਾਇਗਰਾਮ ਆਈ ਵਾਂਟ ਟੂ ਸ਼ੋ ਕਿ ਬੱਚਿਆਂ ਨੂੰ ਬਿਲਕੁਲ ਕਲੀਅਰ ਹੋ ਜੇ। ਤਾਂ ਅਕੋਰਡਿੰਗ ਟੂ ਬੋਇਲਿੰਗ ਪੁਆਇੰਟ, ਠੀਕ ਹੈ, ਜਿਹਦਾ ਘੱਟ ਬੋਇਲਿੰਗ ਪੁਆਇੰਟ ਹੋਏਗਾ ਉਹਦੇ ਪਹਿਲਾਂ ਵੇਪਰ ਬਣਨਗੇ, ਅਲੱਗ ਹੋ ਗਏ, ਫਿਰ ਜਿਹਦਾ ਠੀਕ ਹੈ। ਤਾਂ ਸਟੈਪ ਵਾਈਜ਼ ਇਹ ਸੈਪਰੇਟ ਹੋਈ ਜਾਣਗੇ ABCD। ਤਾਂ ਇੱਦਾਂ ਪੈਟਰੋਲੀਅਮ ਤੋਂ, ਠੀਕ ਹੈ, ਦਿਸ ਇਜ਼ ਨੋਨ ਐਜ਼ ਦੀ ਫਰੈਕਸ਼ਨਲ distillation. Hope you have clear this topic कि fractional distillation ਕੀ ਹੁੰਦੀ ਹੈ, ਠੀਕ ਹੈ। then purification of the substances. Purification of the substance from the municipal water ਪਹਿਲਾਂ ਏਅਰ ਤੋਂ ਅਸੀਂ ਗੈਸਿਸ ਨੂੰ ਕਿਵੇਂ ਸੈਪਰੇਟ ਕਰਨਾ ਹੈ। ਏਅਰ ਨੂੰ ਇੱਕ ਕੰਪਰੈਸਰ 'ਚ ਭੇਜਿਆ ਜਾਂਦਾ, ਪ੍ਰੈਸ਼ਰਾਈਜ਼ ਕੀਤਾ ਜਾਂਦਾ, ਫਿਰ ਉਹਦੀ ਕੂਲਿੰਗ ਕੀਤੀ ਜਾਂਦੀ ਹੈ, ਠੀਕ ਹੈ। ਦੈਨ ਸੈਪਰੇਟਰ ਦੇ ਵਿੱਚ ਗੈਸਾਂ ਨੂੰ ਅਲੱਗ-ਅਲੱਗ ਕੀਤਾ ਜਾਂਦਾ, ਆਕਸੀਜਨ, ਨਾਈਟ੍ਰੋਜਨ ਵਗੈਰਾ ਨੂੰ ਸੈਪਰੇਟ ਕਰਕੇ ਕੁਲੈਕਟ ਕਰ ਲਿੱਤਾ ਜਾਂਦਾ। ਤਾਂ ਪਹਿਲਾਂ ਕੰਪਰੈਸ, ਫਿਰ ਕੂਲਿੰਗ, ਫਿਰ ਸੈਪਰੇਟਰ ਦੇ ਵਿੱਚ। ਸੈਪਰੇਟਰ 'ਚ ਮੇਨ ਫੰਕਸ਼ਨ ਹੁੰਦਾ, ਜਿਵੇਂ ਅਸੀਂ ਅਲੱਗ-ਅਲੱਗ ਬੋਇਲਿੰਗ ਪੁਆਇੰਟ 'ਤੇ ਸੈਪਰੇਟ ਕੀਤੇ ਸੀ, ਐਵੇਂ ਫਰੀਜ਼ਿੰਗ ਪੁਆਇੰਟ ਦੇ ਅਕੋਰਡਿੰਗ, ਠੀਕ ਹੈ। ਜਿਹੜਾ ਪਹਿਲਾਂ ਫਰੀਜ਼ ਹੋ ਜਾਏਗਾ ਉਹਨੂੰ ਅਲੱਗ ਕੱਢ ਲੈਂਦੇ ਆ, ਫਿਰ ਇੱਦਾਂ ਸੇਮ ਉਸੇ ਡਿਸਟੀਲੇਸ਼ਨ ਦਾ ਹੀ ਫਿਨੋਮੀਨਾ ਯੂ ਕੈਨ। ਇਹ ਡਾਇਗਰਾਮ ਲਗਾਉਣ ਦਾ ਮਤਲਬ ਹੀ ਇਹ ਹੈ ਕਿ ਚੰਗੀ ਤਰ੍ਹਾਂ ਸਮਝ ਆ ਜੇ। ਦੇਖੋ ਪਹਿਲਾਂ ਕੀ ਕੀਤਾ ਜਾਂਦਾ ਹੈ, ਏਅਰ ਨੂੰ ਕੰਪਰੈਸ ਕੀਤਾ ਜਾਂਦਾ ਅੰਦਰ, ਫਿਰ ਉਹਨੂੰ ਠੰਡਾ ਕੀਤਾ ਜਾਂਦਾ। ਠੰਡਾ ਕਰਕੇ ਕੰਪਰੈਸ ਏਅਰ ਇਜ਼ ਅਲਾਊਡ ਟੂ ਐਕਸਪੈਂਡ ਐਂਡ ਏਅਰ ਇਜ਼ ਲਿਕੁਇਫਾਈਡ, ਠੀਕ ਹੈ। ਲਿਕੁਇਫਾਈ ਕੀਤੀ ਜਾਂਦੀ ਹੈ। ਫਿਰ ਅਕੋਰਡਿੰਗ ਟੂ ਟੈਂਪਰੇਚਰ, ਨਾਈਟ੍ਰੋਜਨ 190 'ਤੇ ਫਰੀਜ਼ ਕਰ ਰਹੀ ਆ, ਆਕਸੀਜਨ। ਤਾਂ ਇਹ ਸੇਮ ਮੈਥਡ ਹੈਗਾ ਜਿਹੜਾ ਬੋਇਲਿੰਗ ਕੀਤਾ ਸੀ ਅਸੀਂ ਪੈਟਰੋਲੀਅਮ ਨੂੰ, ਦਿਸ ਇਜ਼ ਦੀ ਸੇਮ ਐਜ਼ ਦਿਸ। ਇੱਥੇ ਕੀ ਕਰਦੇ ਆ, ਬੋਇਲਿੰਗ ਪੁਆਇੰਟ ਦੇ ਅਕੋਰਡਿੰਗ ਜਿਹਦੇ ਵੇਪਰ ਪਹਿਲਾਂ ਬਣ ਗਏ ਉਹਨੂੰ ਪਹਿਲਾਂ ਸੈਪਰੇਟ, ਫਿਰ ਸੈਕਿੰਡ 'ਤੇ ਇੱਦਾਂ, ਠੀਕ ਹੈ, ਸੈਪਰੇਸ਼ਨ ਹੋ ਰਹੀ ਹੈ। ਜਾਂ ਤੁਸੀਂ ਇਹ ਵਾਲੀ ਡਾਇਗਰਾਮ ਦੇਖ ਸਕਦੇ ਹੋ, ਸਿੰਪਲ ਡਿਸਟੀਲੇਸ਼ਨ ਵਾਲੀ, ਠੀਕ ਹੈ। ਜਿਹਦੇ ਵੇਪਰ ਬਣ ਗਏ ਉਹ ਕੀ ਹੈ, ਸੈਪਰੇਟ ਕੰਡੈਂਸ ਹੋ ਗਏ ਵੇਪਰਸ। ਸੇਮ ਫਰੀਜ਼ਿੰਗ ਕਰ ਸਕਦੇ ਆ, ਜਿਹੜਾ ਪਹਿਲਾਂ ਫਰੀਜ਼ ਹੋ ਜਾਏਗਾ, ਜਿਹਦਾ ਫਰੀਜ਼ਿੰਗ ਪੁਆਇੰਟ ਘੱਟ ਹੈ ਉਹ ਪਹਿਲਾਂ ਸੈਪਰੇਟ ਹੋ ਜਾਏਗਾ, ਔਰ ਜਿਹਦਾ ਫਰੀਜ਼ਿੰਗ ਪੁਆਇੰਟ ਕਿਆ ਹੈ ਜ਼ਿਆਦਾ, ਉਸ ਤੋਂ ਬਾਅਦ। ਤਾਂ ਇੱਥੇ ਅਸੀਂ ਕੀ ਦਿਖਾਇਆ ਹੈਗਾ, ਜਿਵੇਂ ਆਕਸੀਜਨ ਹੈ ਪਹਿਲਾਂ ਸੈਪਰੇਟ ਹੋ ਜੂਗੀ, ਉਸ ਤੋਂ ਬਾਅਦ ਨਾਈਟ੍ਰੋਜਨ ਅਕੋਰਡਿੰਗ ਟੂ ਦੇਅਰ ਫਰੀਜ਼ਿੰਗ ਪੁਆਇੰਟ। ਤਾਂ ਇਹ ਕੀ ਹੈ, ਸੈਪਰੇਟ ਹੋ ਜਾਂਦੇ ਆ। ਉਸ ਤੋਂ ਬਾਅਦ ਹੈਗਾ ਵੇਸਟ ਵਾਟਰ ਪ੍ਰੋਸੈਸ। ਕਿਵੇਂ ਅਸੀਂ ਵੇਸਟ ਵਾਟਰ ਤੋਂ ਜਾਂ ਸੀਵਰੇਜ ਵਾਟਰ ਤੋਂ ਪੀਣ ਯੋਗ ਪਾਣੀ ਬਣਾਉਣਾ ਹੈਗਾ। ਅਸੀਂ ਕੀ ਕਰਦੇ ਹੈਗੇ ਆ, ਪਾਣੀ ਨੂੰ ਪਹਿਲਾਂ ਫਟਕਰੀ ਵਗੈਰਾ ਪਾ ਕੇ, ਠੀਕ ਹੈ, ਉਹਦੇ ਵਿੱਚ ਜਿਹੜੇ ਛੋਟੇ ਛੋਟੇ ਪਾਰਟੀਕਲਸ ਹੁੰਦੇ ਆ, ਕੋਐਗੂਲੇਸ਼ਨ ਦਾ ਮੀਨਸ ਪਾਰਟੀਕਲਸ ਕੋਲ ਆ ਜਾਂਦੇ ਹੈਗੇ ਆ, ਫਿਰ ਉਹਨਾਂ ਨੂੰ ਹਿਲਾਉਂਦੇ ਆ, ਇਹਨਾਂ ਦਾ ਕੀ ਬਣ ਜਾਣਗੇ, ਲਾਰਜ ਆਪਸ 'ਚ ਜੁੜ ਜਾਣਗੇ, ਫਲਕੂਲੇਸ਼ਨ ਕਹਿੰਦੇ ਆ, ਠੀਕ ਆ। ਫਿਰ ਇਹ ਵੱਡੇ ਪਾਰਟੀਕਲਸ ਸੈਟਲ ਡਾਊਨ ਹੋ ਗਏ, ਸੈਡੀਮੈਂਟੇਸ਼ਨ। ਫਸਟ ਐਲਮਸ ਪਾ ਕੇ ਫਟਕਰੀ ਇਹਨੂੰ ਕਹਿੰਦੇ ਆ, ਠੀਕ ਹੈ, ਉਹਦੇ ਨਾਲ ਕੋਐਗੂਲੇਟ ਕਰਦੇ ਆ। ਫਿਰ ਫਲਕੂਲੇਸ਼ਨ, ਲਾਰਜ ਪਾਰਟੀਕਲਸ ਬਣ ਜਾਂਦੇ ਆ ਉਹਨਾਂ ਦੇ। ਸੈਡੀਮੈਂਟੇਸ਼ਨ ਮੀਨਸ ਨੀਚੇ ਸੈਟਲ ਡਾਊਨ ਹੋਣਾ। ਫਿਰ ਅਸੀਂ ਇੱਥੇ
ਮਿੱਟੀ ਦੀਆਂ ਜਿਵੇਂ ਲੇਅਰਸ 'ਚੋਂ ਪਾਸ ਕਰਾਉਂਦੇ ਹਾਂ। ਨੀਚੇ ਕੀ ਹੈ, ਗ੍ਰੇਵਲ, ਸੈਂਡ, ਸਟੋਨਸ, ਉੱਪਰ ਮਿੱਟੀ, ਇਹਦੇ ਵਿੱਚੋਂ ਪਾਸ ਕਰਾ ਕੇ ਉਸ ਤੋਂ ਬਾਅਦ ਅੱਗੇ ਡਿਸਇਨਫੈਕਸ਼ਨ ਲਈ ਅਸੀਂ ਬਲੀਚਿੰਗ ਪਾਊਡਰ ਪਾਵਾਂਗੇ। ਉਹ ਕਲੋਰੀਨ ਰਿਲੀਜ਼ ਕਰੇਗਾ। ਕਲੋਰੀਨ ਕੀ ਹੈ, ਜਰਮਸ ਨੂੰ ਕਿਲ ਕਰ ਦੇਗੀ। ਤਾਂ ਬਲੀਚਿੰਗ ਪਾਊਡਰ ਦੀ ਹੈਲਪ, ਬਲੀਚਿੰਗ ਪਾਊਡਰ ਐਕਟ ਤੋਂ ਕਲੋਰੀਨ ਪ੍ਰੋਡਿਊਸ ਹੁੰਦੀ ਹੈ। ਤਾਂ ਇਹ ਕੀ ਹੈ, ਤੁਹਾਡਾ ਵਾਟਰ ਕੀ ਹੋ ਜਾਏਗਾ, ਪਿਓਰ ਹੋ ਜਾਏਗਾ। ਦਿਸ ਇਜ਼ ਅਗੇਨ ਹਾਊ ਯੂ ਲਿਕੁਫਾਈਡ ਦੀ ਗੈਸਿਸ ਅਕੋਰਡਿੰਗ ਟੂ ਦੇਅਰ ਫਰੀਜ਼ਿੰਗ ਪੁਆਇੰਟ। ਠੀਕ ਹੈ, ਪਹਿਲਾਂ ਕੰਪਰੈਸ ਕੀਤੀ ਜਾਂਦੀ ਹੈ ਏਅਰ ਨੂੰ, ਫਿਰ ਕੂਲਿੰਗ ਕੀਤੀ ਜਾਂਦੀ ਹੈ, ਦੈਨ ਸੈਪਰੇਟਰ ਦੇ ਵਿੱਚ ਸੈਪਰੇਟ ਡਰਾਈ ਆਈਸ ਕਾਰਬਨ ਡਾਈਆਕਸਾਈਡ ਯੂਜ਼ ਕਰਕੇ ਏਅਰ ਨੂੰ ਲਿਕੁਫਾਈਡ ਕੀਤਾ ਜਾਂਦਾ। ਉਸ ਤੋਂ ਫ੍ਰੈਕਸ਼ਨਲ ਡਿਸਟਿਲੇਸ਼ਨ ਰਾਹੀਂ ਲਿਕੁਡ ਆਕਸੀਜਨ obtain ਕਰ ਰਹੇ ਹੈਗੇ ਆ। ਦਿਸ ਸਲਾਈਡ ਸ਼ੋਜ਼ ਅਗੇਨ, ਬਹੁਤ ਜ਼ਿਆਦਾ ਸਲਾਈਡਾਂ ਸੇਮ ਲੱਗੀਆਂ। ਵਾਟਰ, ਮਿਊਨਸੀਪਲ ਵਾਟਰ ਨੂੰ ਕਿਵੇਂ ਕਲੀਅਰ ਕਰਨਾ। ਅਸੀਂ ਵਾਟਰ ਨੂੰ ਸੈਡੀਮੈਂਟੇਸ਼ਨ ਟੈਂਕ 'ਚ ਭੇਜਿਆ, ਫਿਲਟਰੇਸ਼ਨ, ਫਿਰ ਕਲੋਰੀਨੇਸ਼ਨ ਟੈਂਕ, ਦੈਨ ਫॉर ਡਰਿੰਕਿੰਗ। ਦਿਸ ਇਜ਼ ਦੀ ਟਾਈਡਲ ਇਫੈਕਟ ਸਲਾਈਡ ਸ਼ੋਇੰਗ। ਦੈਨ ਵਾਟਰ ਇਨਸੋਲੂਬਲ ਇੰਪਿਓਰਿਟੀਜ਼ ਸੋਲੂਸ਼ਨ ਦਿਖਾ ਰਹੇ ਆ। ਦਿਸ ਇਜ਼ ਦੀ classification of the matter, pure, mixture, elements and compound. Hope you understand well.